ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ तमाम ਖਬਰਾਂ ਦੀ ਕਰਾਂਗੇ ਜਿਹੜੀਆਂ ਕੈਨੇਡਾ ਦੇ ਵਿੱਚ ਇਸ ਹਫ਼ਤੇ ਖਾਸ ਰਹੀਆਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਪੁਲਿਸ ਨੇ ਕੀਤੇ ਗੈਂਗਸਟਰਾਂ ਦੇ ਨਾਮ ਜਨਤਕ। ਵੈਨਕੂਵਰ ਵਾਸੀਆਂ ਨੂੰ ਕਿਹਾ ਦੂਰੀ ਬਣਾਉਣ ਨੂੰ। ਕੈਨੇਡਾ ਨੇ ਫਿਰ ਲਗਾਈ ਉਡਾਨਾਂ ਦੇ ਉੱਪਰ ਰੋਕ। ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਅਗਲੇ ਇੱਕ ਹੋਰ ਮਹੀਨੇ ਦੇ ਲਈ ਰੋਕ। ਟਰੂਡੋ ਨੇ ਹਿੰਸਾ ਦੇ ਖਿਲਾਫ ਕੀਤਾ ਨਾਰਾਜ਼ਗੀ ਦਾ ਪ੍ਰਗਟਾਵਾ। ਕਿਹਾ ਕੈਨੇਡਾ ਦੇ ਵਿੱਚ ਹਿੰਸਾ ਦੇ ਲਈ ਨਹੀਂ ਹੈ ਜਗ੍ਹਾ। ਕੈਨੇਡਾ ਨੇ ਅਮਰੀਕਾ ਦੇ ਨਾਲ ਬਾਰਡਰ ਖੋਲ੍ਹਣ ਦੀ ਕੀਤੀ ਤਿਆਰੀ। ਵੈਕਸੀਨ ਪਾਸਪੋਰਟ ਦੇ ਨਾਲ ਲੋਕ ਕਰ ਸਕਣਗੇ ਬਾਰਡਰ ਰਾਹੀਂ ਯਾਤਰਾ। ਸਰਵੇ ਦੇ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਅੱਗੇ। ਅੱਜ ਕਰਾਈਆਂ ਚੋਣਾਂ ਤਾਂ ਮਿਲ ਸਕਦੀ ਹੈ ਬਹੁਮਤ। 338 ਕੈਨੇਡਾ ਦੇ ਅੱਜ ਦੇ ਸਰਵੇ ਤੋਂ ਪਤਾ ਚੱਲਦਾ ਹੈ ਕਿ ਜੇਕਰ ਅੱਜ ਕੈਨੇਡਾ ਦੇ ਵਿੱਚ ਚੋਣਾਂ ਕਰਾਈਆਂ ਜਾਣ ਤਾਂ ਲਿਬਰਲ ਪਾਰਟੀ ਨੂੰ ਬਹੁਮਤ ਹਾਸਲ ਹੋ ਸਕਦੀ ਹੈ। ਇਸ ਸਰਵੇ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਕਰੋਨਾ ਵਾਇਰਸ ਦੇ ਦੌਰਾਨ ਕਦਮ ਚੁੱਕੇ ਗਏ ਉਸ ਤੋਂ ਕੈਨੇਡੀਅਨਸ ਕਾਫੀ ਖੁਸ਼ ਹਨ, ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਦੇ ਨਾਲ ਸੰਬੰਧਿਤ ਨਿਸ਼ਾਨੇ ਲਗਾਉਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ। ਕੈਨੇਡਾ ਦੇ ਵਿੱਚ ਜੇ ਅੱਜ ਚੋਣਾਂ ਕਰਵਾਈਆਂ ਜਾਣ ਤਾਂ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗੀ, ਤਾਂ 338 ਕੈਨੇਡਾ ਦੇ ਅੱਜ ਦੇ ਸਰਵੇ ਤੋਂ ਇਹ ਜਾਣਕਾਰੀ ਮਿਲੀ ਹੈ, ਜੋ ਤੁਹਾਡੇ ਨਾਲ ਹੁਣ ਇਸ ਖਬਰ ਦੇ ਵਿੱਚ ਸਾਂਝੀ ਕਰਾਂਗੇ, ਜਿਸ ਵਿੱਚ ਪਪੂਲਰ ਵੋਟ ਪ੍ਰੋਜੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਆਫ ਕੈਨੇਡਾ ਨੂੰ 36.3% ਦਾ ਸਮਰਥਨ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ 29.8%, ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 18.4%, ਬਲਾਕ ਕਿਬੈਕ ਨੂੰ 6.7%, ਗ੍ਰੀਨ ਪਾਰਟੀ ਆਫ ਕੈਨੇਡਾ ਨੂੰ 6.5% ਪ੍ਰੋਜੈਕਸ਼ਨ ਮਿਲ ਰਹੀ ਹੈ। ਸਰਵੇ ਦੇ ਵਿੱਚ ਸੀਟ ਪ੍ਰੋਜੈਕਸ਼ਨ ਵੀ ਸਾਹਮਣੇ ਆਇਆ ਹੈ। ਕੈਨੇਡਾ ਦੇ ਵਿੱਚ ਮੈਜੋਰਿਟੀ ਹਾਸਲ ਕਰਨ ਦੇ ਵਾਸਤੇ 170 ਸੀਟਾਂ ਦੀ ਜ਼ਰੂਰਤ ਹੈ। ਇਸ ਸਰਵੇ ਦੇ ਤਹਿਤ ਲਿਬਰਲ ਪਾਰਟੀ ਆਫ ਕੈਨੇਡਾ ਨੂੰ 171 ਸੀਟਾਂ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ 106 ਸੀਟਾਂ, ਨਿਊ ਡੈਮੋਕ੍ਰੈਟਿਕ ਪਾਰਟੀ ਨੂੰ 31, ਬਲਾਕ ਕਿਬੈਕ ਨੂੰ 25 ਅਤੇ ਗ੍ਰੀਨ ਪਾਰਟੀ ਆਫ ਕੈਨੇਡਾ ਨੂੰ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਕੈਨੇਡਾ ਦੇ ਵਿੱਚ ਅਕਤੂਬਰ ਮਹੀਨੇ ਤੱਕ ਚੋਣਾਂ ਕਰਾਉਣ ਦੀਆਂ ਕਨਸੋਹਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਇਹਨਾਂ ਚੋਣਾਂ ਦੇ ਬਾਰੇ ਵਿੱਚ ਸਿਆਸੀ ਮਾਹਰ ਵੀ ਆਪਣੇ ਵਿਚਾਰ ਰੱਖਦੇ ਹੋਏ ਨਜ਼ਰ ਆ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਟਰੂਡੋ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ, ਲੋਕ ਉਸ ਤੋਂ ਕਾਫੀ ਖੁਸ਼ ਹਨ ਤੇ ਉਨ੍ਹਾਂ ਨੂੰ ਮੈਜੋਰਿਟੀ ਮਿਲ ਸਕਦੀ ਹੈ। ਦੂਜੇ ਪਾਸੇ ਵਿਰੋਧੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਉੱਤੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ। ਉਨ੍ਹਾਂ ਨੇ ਕਿਹਾ ਹੈ ਕਿ ਵੈਕਸੀਨੇਸ਼ਨ ਦਾ ਪ੍ਰਬੰਧ ਸਹੀ ਨਹੀਂ ਹੈ ਤੇ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ। ਪਰ ਜੇਕਰ ਅੱਜ ਚੋਣਾਂ ਕਰਵਾ ਲਈਆਂ ਜਾਣ ਤੇ ਉਸ ਦੇ ਨਤੀਜੇ ਕੀ ਹੋਣਗੇ, ਉਹ ਇਸ ਸਰਵੇ ਦੇ ਵਿੱਚ ਦੱਸਿਆ ਗਿਆ। ਇਸ ਹਫ਼ਤੇ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਮੌਤਾਂ ਦਾ ਅੰਕੜਾ 25,000 ਤੋਂ ਪਾਰ ਹੋ ਗਿਆ, ਪਰ ਦੂਜੇ ਪਾਸੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਵੀ ਦੇਖੀ ਜਾ ਰਹੀ ਹੈ। ਇਸ ਦੇ ਨਾਲ ਸੰਬੰਧਿਤ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਗਰਮੀਆਂ ਦੇ ਵਿੱਚ ਰਾਹਤ ਦਾ ਐਲਾਨ ਕੀਤਾ ਜਾ ਸਕਦਾ ਹੈ, ਜਾਣੀ ਕਿ ਕੈਨੇਡਾ ਦੇ ਵਿੱਚ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਰਹੀ ਹੈ। ਕੈਨੇਡਾ ਦੇ ਵਿੱਚ ਇਸ ਵਾਰ ਦੀਆਂ ਗਰਮੀਆਂ ਕਿਸ ਤਰ੍ਹਾਂ ਦੀਆਂ ਹੋਣ ਵਾਲੀਆਂ ਨੇ, ਇਸ ਦੇ ਬਾਰੇ ਵਿੱਚ ਇੱਕ ਪੋਲ ਕਰਵਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ ਕੈਨੇਡੀਅਨਸ ਦੇ ਵੱਲੋਂ ਹਿੱਸਾ ਲਿਆ ਗਿਆ। ਜੀ ਹਾਂ, ਵੱਡੀ ਗਿਣਤੀ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਲੰਘਣ ਵਾਲੀਆਂ ਹਨ। ਇੱਕ ਪੋਲ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਦੀਆਂ ਗਰਮੀਆਂ ਦੇ ਵਿੱਚ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਸਕਦੀ ਹੈ। ਇਹ IPSOS ਪੋਲ ਗਲੋਬਲ ਨਿਊਜ਼ ਵੱਲੋਂ ਕਰਵਾਇਆ ਗਿਆ। ਇਸ ਦੇ ਵਿੱਚ ਪਤਾ ਚੱਲਿਆ ਕਿ 10 ਦੇ ਵਿੱਚੋਂ 8 ਕੈਨੇਡੀਅਨਸ ਅਜਿਹੇ ਨੇ ਜਿਹੜੇ ਮੰਨਦੇ ਹਨ ਕਿ ਇਸ ਵਾਰ ਦੀਆਂ ਗਰਮੀਆਂ ਵੀ ਕਰੋਨਾ ਪਾਬੰਦੀਆਂ ਦੇ ਵਿੱਚ ਹੀ ਲੰਘਣਗੀਆਂ। 61% ਲੋਕਾਂ ਦਾ ਕਹਿਣਾ ਹੈ ਕਿ ਇਸ ਸਮਰ ਪਿਛਲੇ ਸਾਲ ਦੇ ਨਾਲੋਂ ਬਿਹਤਰ ਹੋਣਗੇ, ਕਿਉਂਕਿ ਇਸ ਵਾਰ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਲਗਾਈ ਗਈ ਹੈ। ਇਹ ਪੋਲ ਆਨਲਾਈਨ ਕਰਵਾਇਆ ਗਿਆ, ਜਿਸ ਦੇ ਵਿੱਚ 1000 ਦੇ ਕਰੀਬ ਲੋਕਾਂ ਵੱਲੋਂ ਹਿੱਸਾ ਲਿਆ ਗਿਆ। ਇਸ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ 15% ਲੋਕ ਅਜਿਹੇ ਨੇ ਜਿਹੜੇ ਕਿ ਇੰਟਰਨੈਸ਼ਨਲ ਟਰੈਵਲ ਜਾਣੀ ਕਿ ਅੰਤਰਰਾਸ਼ਟਰੀ ਯਾਤਰਾ ਕਰਨ ਦੇ ਚਾਹਵਾਨ ਹਨ। 45% ਅਜਿਹੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਆਊਟਡੋਰ ਜਾਣੀ ਕਿ ਬਾਹਰ ਘੁੰਮਣਾ ਇਕੱਠ ਕਰਨਾ ਸੁਰੱਖਿਅਤ ਨਹੀਂ ਹੋਵੇਗਾ। ਇਸ ਪੋਲ ਦੇ ਵਿੱਚ ਇਹ ਵੀ ਸਪਸ਼ਟ ਹੋਇਆ ਹੈ ਕਿ 18 ਸਾਲ ਤੋਂ 34 ਸਾਲ ਉਮਰ ਵਾਲੇ ਟਰੈਵਲ ਕਰਨ ਦੇ ਚਾਹਵਾਨ ਹਨ। ਉਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਪਾਬੰਦੀਆਂ ਹਟਣ ਅਤੇ ਉਹ ਯਾਤਰਾ ਕਰ ਸਕਣ।
ਕੈਨੇਡਾ ਦੇ ਵਿੱਚ ਇਸ ਹਫਤੇ ਜੋ ਬਾਰਡਰ ਦੇ ਨਾਲ ਸੰਬੰਧਿਤ ਪਾਬੰਦੀ ਲੱਗੀ ਹੈ ਉਸ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ। ਪਰ ਦੂਜੇ ਪਾਸੇ ਕੈਨੇਡਾ ਵੱਲੋਂ ਇਹ ਬਾਰਡਰ ਜਲਦ ਖੋਲ੍ਹਿਆ ਵੀ ਜਾ ਸਕਦਾ ਹੈ। ਇਸ ਦੇ ਸੰਬੰਧੀ ਖਬਰਾਂ ਸਾਹਮਣੇ ਆ ਰਹੀਆਂ ਨੇ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵੈਕਸੀਨ ਪਾਸਪੋਰਟ ਦੇ ਨਾਲ ਬਾਰਡਰ ਦੇ ਰਾਹੀਂ ਲੋਕਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਅਤੇ ਇੱਕ ਵਾਰ ਫਿਰ ਤੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਇਸ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਹੈ। ਜੀ ਹਾਂ, ਕੈਨੇਡਾ ਵੱਲੋਂ ਜੂਨ 21 ਤੱਕ ਟਰੈਵਲ ਰਿਸਟ੍ਰਿਕਸ਼ਨ ਐਕਸਟੈਂਡ ਕਰ ਦਿੱਤੀਆਂ ਗਈਆਂ ਨੇ, ਜਿਸ ਦੀ ਜਾਣਕਾਰੀ ਪਬਲਿਕ ਸੇਫਟੀ ਕੈਨੇਡਾ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਸਾਂਝੀ ਕੀਤੀ ਗਈ ਹੈ। ਪਬਲਿਕ ਸੇਫਟੀ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਗੈਰ ਜ਼ਰੂਰੀ ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਜੂਨ 21 ਤੱਕ ਰੋਕ ਜਾਰੀ ਰਹਿਣ ਵਾਲੀ ਹੈ। ਇਸ ਤੋਂ ਪਹਿਲਾਂ ਕੈਨੇਡਾ ਅਮਰੀਕਾ ਬਾਰਡਰ ਬੰਦ ਰੱਖਣ ਦਾ ਵੀ ਐਲਾਨ ਕੀਤਾ ਗਿਆ, ਜਿਸ ਨੂੰ ਇੱਕ ਹੋਰ ਮਹੀਨੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੀ ਗਈ ਕਿ ਜੂਨ 21 ਤੱਕ ਕੈਨੇਡਾ ਅਮਰੀਕਾ ਬਾਰਡਰ ਬੰਦ ਰੱਖਿਆ ਜਾਵੇਗਾ। ਅੱਜ ਹੀ ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਨਾਲ ਜੋ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਉਸ ਨੂੰ ਵੀ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਕਿ ਕੈਨੇਡਾ ਦੇ ਵਿੱਚ ਜਦੋਂ 75% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲੱਗ ਜਾਏਗਾ ਤੇ ਉਦੋਂ ਕੋਰੋਨਾ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ, ਜਿਸ ਦੀ ਜਾਣਕਾਰੀ ਉਹ ਸਮੇਂ-ਸਮੇਂ ਦੇ ਉੱਪਰ ਨਿਊਜ਼ ਕਾਨਫਰੰਸ ਦੇ ਦੌਰਾਨ ਸਾਂਝੀ ਕਰਦੇ ਆਏ ਹਨ। ਕੈਨੇਡਾ ਦੇ ਵਿੱਚ ਇਸ ਸਮੇਂ ਐਸੈਂਸ਼ੀਅਲ ਟਰੈਵਲ ਦੀ ਹੀ ਇਜਾਜ਼ਤ ਹੈ, ਜਿਸ ਦੇ ਵਾਸਤੇ ਸਖਤੀਆਂ ਅਜੇ ਵੀ ਜਾਰੀ ਹਨ। ਕੈਨੇਡਾ ਆਉਣ ਵਾਲੀ ਯਾਤਰੀ ਨੂੰ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣੀ ਹੁੰਦੀ ਹੈ। ਉਸ ਤੋਂ ਬਾਅਦ ਕੈਨੇਡਾ ਪਹੁੰਚਣ ਤੇ ਵੀ ਉਸ ਦਾ ਟੈਸਟ ਕੀਤਾ ਜਾਂਦਾ ਹੈ ਤੇ ਉਸ ਨੂੰ 14 ਦਿਨਾਂ ਦੇ ਵਾਸਤੇ ਕੁਆਰੰਟੀਨ ਕਰਨਾ ਜ਼ਰੂਰੀ ਹੁੰਦਾ ਹੈ, ਪਰ ਨਾਲ ਹੀ ਹੋਟਲ ਦੇ ਵਿੱਚ ਵੀ 3 ਦਿਨਾਂ ਦੇ ਲਈ ਆਪਣੇ ਖਰਚੇ ਦੇ ਉੱਪਰ ਕੁਆਰੰਟੀਨ ਕਰਨਾ ਪੈਂਦਾ ਹੈ। ਮੌਂਟਰੀਅਲ ਦੇ ਵਿੱਚ ਇਜ਼ਰਾਈਲ ਪੈਲਸਤੀਨ ਨੂੰ ਲੈ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਉਸ ਦੇ ਵਿੱਚ ਜੋ ਹਿੰਸਾ ਨਜ਼ਰ ਆਈ ਉਸ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਸੇ ਨਾਰਾਜ਼ ਨਜ਼ਰ ਆਏ। ਇਸ ਹਫ਼ਤੇ ਉਹਨਾਂ ਵੱਲੋਂ ਇਸ ਸੰਬੰਧੀ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਲਈ ਕੈਨੇਡਾ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਗੁੱਸਾ ਇਸ ਦੇ ਨਾਲ ਸੰਬੰਧਿਤ ਦੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵੀਟ ਕਰਕੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦੀ ਇਹ ਨਾਰਾਜ਼ਗੀ ਮੌਂਟਰੀਅਲ ਦੇ ਵਿੱਚ ਜੋ ਹੋਇਆ ਉਸ ਦੇ ਉੱਪਰ ਨਜ਼ਰ ਆਈ ਹੈ। ਇਜ਼ਰਾਈਲ ਤੇ ਪੈਲਸਤੀਨ ਦੇ ਵਿੱਚ ਜੋ ਹੋ ਰਿਹਾ ਹੈ ਉਸ ਨੂੰ ਲੈ ਕੇ ਮੌਂਟਰੀਅਲ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਮੌਂਟਰੀਅਲ ਡਾਊਨਟਾਊਨ ਦੇ ਵਿੱਚ ਇਜ਼ਰਾਈਲ ਅਤੇ ਪੈਲਸਤੀਨ ਦੇ ਸਮਰਥਕ ਸੜਕਾਂ ਦੇ ਉੱਪਰ ਉਤਰੇ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਹ ਸਮਰਥਕ ਆਪਸ ਦੇ ਵਿੱਚ ਭਿੜੇ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੇ ਨਾਲ ਸੰਬੰਧਿਤ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਮੌਂਟਰੀਅਲ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਮੈਂ ਕਾਫੀ ਨਿਰਾਸ਼ ਹਾਂ। ਇਹ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਕੁਝ ਵੀ ਹੋਇਆ ਇਸ ਨੂੰ ਜਲਦ ਹੀ ਖਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਨਫ਼ਰਤ ਦੇ ਵਾਸਤੇ ਕੋਈ ਵੀ ਥਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਮੌਂਟਰੀਅਲ ਦੇ ਵਿੱਚ ਇਜ਼ਰਾਈਲ ਤੇ ਪੈਲਸਤੀਨ ਦੇ ਸਮਰਥਕਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ। ਇਸ ਦੌਰਾਨ ਪੁਲਿਸ ਵੱਲੋਂ ਭੀੜ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਇਹ ਆਪਸ ਦੇ ਵਿੱਚ ਭਿੜ ਗਏ। ਦੱਸੀਏ ਕਿ ਇਜ਼ਰਾਈਲ ਅਤੇ ਹਮਾਸ ਦੇ ਵਿਚਕਾਰ ਕਈ ਹਫ਼ਤਿਆਂ ਤੋਂ ਜਾਰੀ ਤਣਾਅ ਹਿੰਸਕ ਹੋ ਚੁੱਕਿਆ ਹੈ, ਜਿੱਥੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਵੀਡੀਓ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀਆਂ ਹਨ। ਇਸੇ ਦੇ ਚੱਲਦਿਆਂ ਮੌਂਟਰੀਅਲ ਡਾਊਨਟਾਊਨ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ ਸੀ, ਪਰ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਇੱਥੋਂ ਸਾਹਮਣੇ ਆਇਆ ਉਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਸੇ ਨਾਰਾਜ਼ ਨਜ਼ਰ ਆਏ। ਉਹਨਾਂ ਵੱਲੋਂ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਦੇ ਉੱਪਰ ਕੀਤਾ ਗਿਆ ਹੈ। ਕੈਨੇਡਾ ਅਮਰੀਕਾ ਬਾਰਡਰ ਤੋਂ ਜੁੜੀ ਹੋਈ ਇੱਕ ਇਸ ਹਫ਼ਤੇ ਖਬਰ ਸਾਹਮਣੇ ਆਈ, ਜਿਸ ਦੇ ਮੁਤਾਬਕ ਅਮਰੀਕਾ ਦੇ ਵਿੱਚ ਜਿਹੜੇ ਕੈਨੇਡੀਅਨਸ ਕੋਵਿਡ-19 ਵੈਕਸੀਨ ਲਗਵਾਉਣ ਦੇ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਨਾ ਹੋ ਸਕਦੀ ਹੈ। ਇਹ ਜਿਹੜੀ ਅਪਡੇਟ ਇਸ ਹਫ਼ਤੇ ਸਾਹਮਣੇ ਆਈ, ਕਿਉਂਕਿ ਅਮਰੀਕਾ ਵੱਲੋਂ ਇਸ ਨੂੰ ਐਸੈਂਸ਼ੀਅਲ ਟਰੈਵਲ ਦੇ ਵਿੱਚ ਨਹੀਂ ਗਿਣਿਆ ਜਾ ਰਿਹਾ। ਆਟਵਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਕੈਨੇਡੀਅਨਸ ਬਾਰਡਰ ਪਾਰ ਕਰਕੇ ਵੈਕਸੀਨ ਦੇ ਵਾਸਤੇ ਜਾ ਰਹੇ ਨੇ ਉਹਨਾਂ ਨੂੰ ਵਾਪਸੀ ਦੇ ਉੱਪਰ ਕੁਆਰੰਟੀਨ ਕਰਨਾ ਪਵੇਗਾ। ਕਈ ਕੈਨੇਡੀਅਨਸ ਦੇ ਵੱਲੋਂ ਵੈਕਸੀਨ ਲਗਵਾਉਣ ਦੇ ਵਾਸਤੇ ਬਾਰਡਰ ਰਾਹੀਂ ਯੂਨਾਈਟਿਡ ਸਟੇਟਸ ਜਾਣੀ ਕਿ ਅਮਰੀਕਾ ਜਾਇਆ ਜਾ ਰਿਹਾ ਹੈ ਤੇ ਹੁਣ ਵਾਪਸੀ ਦੇ ਉੱਪਰ ਉਹਨਾਂ ਨੂੰ ਕੁਆਰੰਟੀਨ ਕਰਨਾ ਜ਼ਰੂਰੀ ਹੋਵੇਗਾ। ਜੋ ਕੋਰੋਨਾ ਪਾਬੰਦੀਆਂ ਲਗਾਈਆਂ ਗਈਆਂ ਨੇ ਉਹਨਾਂ ਤੋਂ ਰਾਹਤ ਨਹੀਂ ਮਿਲੇਗੀ। ਇਸ ਦੀ ਜਾਣਕਾਰੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਬਾਰਡਰ ਦੇ ਰਾਹੀਂ ਵੈਕਸੀਨ ਲਗਵਾਉਣ ਦੇ ਵਾਸਤੇ ਜਾ ਰਹੇ ਨੇ
ਉਹਨਾਂ ਨੂੰ ਵਾਪਸੀ ਦੇ ਉੱਪਰ ਜੋ ਕੁਆਰੰਟੀਨ ਦੇ ਨਾਲ ਸੰਬੰਧਿਤ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਕਰਨੀ ਹੋਵੇਗੀ, ਜਾਣੀ ਕਿ ਉਹਨਾਂ ਨੂੰ ਇਕਾਂਤਵਾਸ ਤੋਂ ਰਾਹਤ ਨਹੀਂ ਦਿੱਤੀ ਜਾਵੇਗੀ। ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਐਲਬਰਟਾ ਵਾਸੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਮੌਂਟਾਨਾ ਵੈਕਸੀਨੇਸ਼ਨ ਕਲੀਨਿਕ ਦੇ ਵਿੱਚ ਟੀਕਾ ਲਗਵਾਉਣ ਦੇ ਲਈ ਗਏ ਤੇ ਵਾਪਸੀ ਦੇ ਉੱਪਰ ਉਹਨਾਂ ਨੂੰ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੈਨੇਡਾ US ਬਾਰਡਰ ਨੂੰ ਮਾਰਚ 2020 ਤੋਂ ਹੀ ਬੰਦ ਕੀਤਾ ਗਿਆ, ਜਿੱਥੇ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਨਹੀਂ ਹੈ ਤੇ ਅੱਜ ਦੇ ਐਲਾਨ ਤੋਂ ਬਾਅਦ ਇਸ ਨੂੰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਬੰਦ ਰੱਖਿਆ ਜਾਵੇਗਾ। ਫਰਵਰੀ ਮਹੀਨੇ ਤੋਂ ਜਿਹੜੇ ਮਰੀਜ਼ ਬਾਰਡਰ ਦੇ ਰਾਹੀਂ ਮੈਡੀਕਲ ਟ੍ਰੀਟਮੈਂਟ ਲੈਣ ਦੇ ਵਾਸਤੇ ਜਾ ਰਹੇ ਨੇ ਉਹਨਾਂ ਨੂੰ ਇਕਾਂਤਵਾਸ ਤੋਂ ਰਾਹਤ ਦਿੱਤੀ ਜਾ ਰਹੀ ਹੈ, ਪਰ ਵੈਕਸੀਨੇਸ਼ਨ ਨੂੰ ਇਸ ਐਸੈਂਸ਼ੀਅਲ ਟਰੈਵਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਮਰੀਕਾ ਦੇ ਕੁਝ ਸੂਬਿਆਂ ਵੱਲੋਂ ਟਰੱਕ ਡਰਾਈਵਰਸ ਨੂੰ ਮੁਫਤ ਦੇ ਵਿੱਚ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਜੋ ਕਿ ਕੈਨੇਡਾ ਤੋਂ ਅਮਰੀਕਾ ਬਾਰਡਰ ਰਾਹੀਂ ਯਾਤਰਾ ਕਰਦੇ ਹਨ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਵੀ ਵੈਕਸੀਨੇਸ਼ਨ ਨੂੰ ਐਸੈਂਸ਼ੀਅਲ ਕੈਟਾਗਰੀ ਦੇ ਵਿੱਚ ਜਾਣੀ ਕਿ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਹਫ਼ਤੇ ਸਰੀ ਦੇ ਬਲੂਬੇਰੀ ਫਾਰਮ ਦੇ ਵਿੱਚ ਅੱਗ ਲੱਗ ਗਈ। ਇਸ ਅੱਗ ਦੇ ਕਾਰਨ ਇਹ ਫਾਰਮ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ, ਪਰ ਰਾਹਤ ਦੀ ਖਬਰ ਰਹੀ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ ਸਵੇਰੇ ਅੱਗ ਲੱਗਣ ਦੇ ਕਾਰਨ ਸਰੀ ਬਲੂਬੇਰੀ ਫਾਰਮ ਤਬਾਹ ਹੋ ਗਿਆ। ਇਹ ਘਟਨਾ ਤੜਕੇ 2 ਵਜੇ ਦੇ ਕਰੀਬ ਵਾਪਰੀ, ਜਿੱਥੇ ਕੋਲਬਰੁਕ ਰੋਡ ਦੇ ਉੱਪਰ 5000 ਬਲਾਕ ਦੇ 152nd ਸਟਰੀਟ ਦੇ ਵਿੱਚ ਅੱਗ ਲੱਗੀ, ਜਿਸ ਸੰਬੰਧੀ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਇਹ ਫਾਰਮ ਉਸ ਜਗ੍ਹਾ ਦੇ ਉੱਪਰ ਹੈ ਜਿੱਥੇ ਪਾਣੀ ਦੀ ਕਾਫੀ ਕਮੀ ਹੈ, ਜਾਣੀ ਕਿ ਇਹ ਨੋ ਵਾਟਰ ਏਰੀਆ ਦੇ ਵਿੱਚ ਸਥਿਤ ਹੈ। ਇਸ ਦੌਰਾਨ ਫਾਇਰ ਫਾਈਟਰਸ ਦੇ ਵੱਲੋਂ ਇੱਥੇ ਪਹੁੰਚ ਬਣਾਈ ਗਈ, ਜਿੱਥੇ ਉਹਨਾਂ ਵੱਲੋਂ 5 ਪਾਣੀ ਦੇ ਟਰੱਕ ਲੈ ਕੇ ਆਂਦੇ ਗਏ ਤਾਂ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਸਕੇ। ਜਾਣਕਾਰੀ ਦੇ ਮੁਤਾਬਕ ਇੱਥੇ 32 ਦੇ ਕਰੀਬ ਫਾਇਰ ਫਾਈਟਰਸ ਅੱਗ ਬੁਝਾਉਣ ਦੇ ਵਿੱਚ ਜੁਟੇ। ਜਾਣਕਾਰੀ ਦੇ ਮੁਤਾਬਕ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਇਸ ਫਾਰਮ ਦੇ ਵਿੱਚ ਅੱਗ ਕਿਵੇਂ ਲੱਗੀ। ਇਸ ਦੀ ਅਜੇ ਪੜਤਾਲ ਕੀਤੀ ਜਾ ਰਹੀ ਹੈ, ਪਰ ਇਸ ਸੰਬੰਧੀ ਜੋ ਇਨਫੋਰਮੇਸ਼ਨ ਹਾਲੇ ਤੱਕ ਸਾਹਮਣੇ ਆਈ ਹੈ ਉਸ ਤੋਂ ਇਹ ਪਤਾ ਚੱਲਦਾ ਹੈ ਕਿ ਕਿਸੇ ਵੀ ਤਰੀਕੇ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਦੇ ਨਾਲ ਹੀ ਜੋ ਬਲੂਬੇਰੀ ਫਾਰਮ ਸੀ ਉਹ ਤਬਾਹ ਹੋ ਗਿਆ, ਜਾਣੀ ਕਿ ਅੱਗ ਦੇ ਨਾਲ ਕਾਫੀ ਹੱਦ ਤੱਕ ਨੁਕਸਾਨਿਆ ਗਿਆ। ਇਸ ਹਫ਼ਤੇ ਓਨਟਾਰੀਓ ਵੱਲੋਂ ਪਾਬੰਦੀਆਂ ਹਟਾਉਣ ਦੇ ਬਾਰੇ ਵਿੱਚ ਵੱਡਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ 3 ਪੜਾਵਾਂ ਦੇ ਤਹਿਤ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ। ਇਹਨਾਂ 3 ਪੜਾਵਾਂ ਦੇ ਵਿੱਚ ਦੱਸਿਆ ਗਿਆ ਕਿ ਕਿੰਨੇ ਫੀਸਦੀ ਲੋਕਾਂ ਨੂੰ ਵੈਕਸੀਨ ਲੱਗਣ ਤੋਂ ਬਾਅਦ ਰਾਹਤ ਦਿੱਤੀ ਜਾਵੇਗੀ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ 25000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਦੂਜੇ ਪਾਸੇ ਕੈਨੇਡਾ ਨੂੰ ਗਰਮੀਆਂ ਦੇ ਵਿੱਚ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਨੇਡਾ ਦੀ ਚੀਫ ਮੈਡੀਕਲ ਆਫੀਸਰ ਡਾਕਟਰ ਥੇਰੇਸਾ ਟੀਮ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ, ਹੁਣ ਉਹ ਦੂਸਰਾ ਸ਼ਾਟ ਲਗਵਾਉਣ ਦੇ ਲਈ ਕਿਸੇ ਹੋਰ ਵੈਕਸੀਨ ਦੀ ਚੋਣ ਕਰ ਸਕਦੇ ਨੇ। ਹਾਲ ਹੀ ਦੇ ਵਿੱਚ ਸਪੈਨਿਸ਼ ਸਟੱਡੀ ਤੋਂ ਇਹ ਸਾਹਮਣੇ ਆਇਆ ਕਿ ਟੀਕਿਆਂ ਨੂੰ ਮਿਲਾ ਕੇ ਲਗਾਉਣ ਦੇ ਨਾਲ ਇਹ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਸਾਬਿਤ ਹੋਣਗੇ। ਸਪੈਨਿਸ਼ ਸਟੱਡੀ ਦੇ ਵਿੱਚ ਦੱਸਿਆ ਗਿਆ ਕਿ ਜਿਨ੍ਹਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਾਇਆ ਗਿਆ, ਉਹਨਾਂ ਨੂੰ ਫਾਈਜ਼ਰ ਦਾ ਦੂਸਰਾ ਟੀਕਾ ਲਗਾਇਆ ਜਾ ਸਕਦਾ ਹੈ। ਇਹ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੋਵੇਗਾ। ਇਸ ਤੋਂ ਬਾਅਦ ਡਾਕਟਰ ਥੇਰੇਸਾ ਟੀਮ ਦਾ ਬਿਆਨ ਸਾਹਮਣੇ ਆਇਆ ਹੈ। ਉਧਰ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਇਸ ਮਾਮਲੇ ਦੇ ਬਾਰੇ ਅਜੇ ਹੋਰ ਡਾਟਾ ਇਕੱਤਰਿਤ ਕੀਤਾ ਜਾ ਰਿਹਾ ਹੈ। ਨਿਊਜ਼ ਕਾਨਫਰੰਸ ਦੇ ਵਿੱਚ ਬੋਲਦਿਆਂ ਡਾਕਟਰ ਟੀਮ ਨੇ ਕਿਹਾ ਕਿ ਜਿਹੜੇ ਲੋਕ ਐਸਟ੍ਰਾਜੈਨੇਕਾ ਟੀਕੇ ਦਾ ਪਹਿਲਾ ਸ਼ਾਟ ਲੈ ਚੁੱਕੇ ਨੇ, ਉਹਨਾਂ ਦੇ ਕੋਲ ਦੂਸਰੇ ਸ਼ਾਟ ਦੇ ਵਾਸਤੇ ਆਪਸ਼ਨ ਹੋਵੇਗਾ ਕਿ ਉਹ ਕਿਹੜਾ ਵੈਕਸੀਨ ਲਗਵਾਉਣਾ ਚਾਹੁੰਦੇ ਹਨ। ਇਸ ਫੈਸਲੇ ਦਾ ਪ੍ਰਭਾਵ 2.1 ਮਿਲੀਅਨ ਲੋਕਾਂ ਦੇ ਉੱਪਰ ਪਵੇਗਾ ਜਿਨ੍ਹਾਂ ਨੇ ਐਸਟ੍ਰਾਜੈਨੇਕਾ ਟੀਕਾ ਲਗਵਾਇਆ। ਡਾਕਟਰ ਟੀਮ ਦੇ ਮੁਤਾਬਕ ਕੈਨੇਡਾ ਦੇ ਵਿੱਚ 21 ਬਲੱਡ ਕਲੌਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਨੇ, ਜੋ ਕਿ ਐਸਟ੍ਰਾਜੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਆਏ। ਇਸ ਸਮੇਂ 13 ਮਾਮਲਿਆਂ ਦੇ ਉੱਪਰ ਪੜਤਾਲ ਕੀਤੀ ਜਾ ਰਹੀ ਹੈ, ਜਾਣੀ ਕਿ ਉਹ ਅੰਡਰ ਇਨਵੈਸਟੀਗੇਸ਼ਨ ਹਨ। ਇਸ ਦੇ ਕਾਰਨ 3 ਔਰਤਾਂ ਦੀ ਜਾਨ ਜਾ ਚੁੱਕੀ ਹੈ। ਡਾਕਟਰ ਟੀਮ ਵੱਲੋਂ ਗਰਮੀਆਂ ਦੇ ਬਾਰੇ ਵਿੱਚ ਗੱਲ ਕੀਤੀ ਗਈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਗਰਮੀਆਂ ਦੇ ਵਿੱਚ ਕੈਨੇਡਾ ਦੇ ਵਿੱਚ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਇਸ ਦੇ ਬਾਰੇ ਵਿੱਚ ਡਾਕਟਰ ਟੀਮ ਨੇ ਕਿਹਾ ਕਿ ਜਦੋਂ 75% ਕੈਨੇਡੀਅਨਸ ਨੂੰ ਕੋਵਿਡ-19 ਵੈਕਸੀਨ ਸ਼ਾਟ ਲੱਗ ਜਾਵੇਗਾ, ਉਸ ਵੇਲੇ ਕੋਰੋਨਾ ਪਾਬੰਦੀਆਂ ਦੇ ਵਿੱਚ ਰਾਹਤ ਦਿੱਤੀ ਜਾ ਸਕਦੀ ਹੈ।
ਇਸ ਹਫ਼ਤੇ ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਜੋ ਰੋਕ ਲਗਾਈ ਗਈ ਸੀ ਇਸ ਨੂੰ ਇੱਕ ਹੋਰ ਮਹੀਨੇ ਦੇ ਲਈ ਵਧਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਭਾਰਤ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਸਿੱਧੀਆਂ ਉਡਾਨਾਂ ਦੇ ਉੱਪਰ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਰੋਕ ਜਾਰੀ ਰਹੇਗੀ। ਜੇਕਰ ਕਿਸੇ ਨੇ ਕੈਨੇਡਾ ਆਉਣਾ ਹੈ ਤੇ ਉਸ ਨੂੰ ਕਿਸੇ ਤੀਸਰੇ ਦੇਸ਼ ਦੇ ਰਾਹੀਂ ਆਉਣਾ ਪਵੇਗਾ। ਕੈਨੇਡਾ ਭਾਰਤ ਦੀਆਂ ਫਲਾਈਟਾਂ ਦੇ ਬਾਰੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਵੱਲੋਂ ਭਾਰਤ ਦੀਆਂ ਫਲਾਈਟਾਂ ਦੇ ਉੱਪਰ ਜੋ ਰੋਕ ਲਗਾਈ ਗਈ ਸੀ ਉਸ ਨੂੰ ਜੂਨ 21 ਤੱਕ ਵਧਾ ਦਿੱਤਾ ਗਿਆ ਹੈ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਨਾਲ ਉਡਾਨਾਂ ਦੇ ਉੱਪਰ ਜੂਨ 21 ਤੱਕ ਰੋਕ ਲਗਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਅਗਲੇ ਇੱਕ ਹੋਰ ਮਹੀਨੇ ਦੇ ਵਾਸਤੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਕਦਮ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਅਪ੍ਰੈਲ 22 ਨੂੰ 30 ਦਿਨਾਂ ਦੇ ਵਾਸਤੇ ਉਡਾਨਾਂ ਦੇ ਉੱਪਰ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਾਰਗੋ ਫਲਾਈਟਸ ਚੱਲਦੀਆਂ ਰਹਿਣਗੀਆਂ ਤਾਂ ਕਿ ਉਹ ਅਸੈਂਸ਼ੀਅਲ ਜਾਨੀ ਜ਼ਰੂਰੀ ਸਪਲਾਈਜ਼ ਨੂੰ ਪਹੁੰਚਾਉਂਦੀਆਂ ਰਹਿਣ। ਇਹ ਰੋਕ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਲਾਗੂ ਰਹੇਗੀ। ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀ ਕਿਸੇ ਹੋਰ ਦੇਸ਼ ਦੇ ਰਾਹੀਂ ਕੈਨੇਡਾ ਦਾਖਲ ਹੋ ਸਕਦੇ ਨੇ, ਪਰ ਇਹਨਾਂ ਯਾਤਰੀਆਂ ਦੇ ਉੱਪਰ ਕੋਰੋਨਾ ਦੇ ਉਹ ਨਿਯਮ ਲਾਗੂ ਹੋਣਗੇ ਜੋ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਲਗਾਏ ਗਏ ਹਨ। ਹਾਲ ਹੀ ਦੇ ਵਿੱਚ ਟਰਾਂਸਪੋਰਟ ਮੰਤਰੀ ਵੱਲੋਂ ਯਾਤਰਾ ਦੇ ਨਾਲ ਸੰਬੰਧਿਤ ਬਿਆਨ ਜਾਰੀ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਕੈਨੇਡਾ ਵੱਲੋਂ ਅਜੇ ਕੋਰੋਨਾ ਕਾਰਨ ਯਾਤਰਾ ਪਾਬੰਦੀਆਂ ਹਟਾਉਣ ਦੇ ਬਾਰੇ ਵਿੱਚ ਵਿਚਾਰ ਨਹੀਂ ਕੀਤਾ ਜਾ ਰਿਹਾ, ਜਾਣੀ ਕਿ ਇਸ ਦੇ ਲਈ ਤਾਰੀਖ ਤੈਅ ਨਹੀਂ ਕੀਤੀ ਗਈ ਕਿ ਕਦੋਂ ਇਹਨਾਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ। ਪਿਛਲੇ ਹਫ਼ਤੇ ਏਅਰ ਕੈਨੇਡਾ ਵੱਲੋਂ ਵੀ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਦੇ ਸੰਬੰਧੀ ਐਲਾਨ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਇਹਨਾਂ ਉਡਾਨਾਂ ਦੇ ਉੱਪਰ ਲੱਗੀ ਰੋਕ ਨੂੰ ਅੱਗੇ ਤੱਕ ਵਧਾ ਦਿੱਤਾ। ਹੁਣ ਜਿਹੜੇ ਵੀ ਯਾਤਰੀ ਕੈਨੇਡਾ ਕਿਸੇ ਤੀਸਰੇ ਦੇਸ਼ ਦੇ ਰਾਹੀਂ ਆਉਣਗੇ ਉਹਨਾਂ ਨੂੰ ਇੱਥੇ ਆਉਣ ਦੇ ਉੱਪਰ ਆਪਣੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਪਏਗੀ ਅਤੇ ਨਾਲ ਹੀ ਉਹਨਾਂ ਨੂੰ ਕੁਆਰੰਟਾਈਨ ਦੇ ਨਿਯਮਾਂ ਦੀ ਵੀ ਪਾਲਣਾ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲੇ ਅਤੇ ਜੋ ਇੱਥੇ ਮਿਊਟੈਂਟ ਪਾਇਆ ਗਿਆ ਉਸ ਤੋਂ ਬਾਅਦ ਕੈਨੇਡਾ ਨੇ ਉਡਾਨਾਂ ਦੇ ਉੱਪਰ ਰੋਕ ਲਗਾਉਣ ਦਾ ਫੈਸਲਾ ਕੀਤਾ ਸੀ ਅਤੇ ਹੁਣ ਇਸ ਨੂੰ ਇੱਕ ਵਾਰ ਫੇਰ ਤੋਂ ਅਗਲੇ ਇੱਕ ਮਹੀਨੇ ਦੇ ਲਈ ਵਧਾ ਦਿੱਤਾ ਗਿਆ ਹੈ, ਜਾਣੀ ਕਿ ਜੂਨ 21 ਤੱਕ ਇਹ ਰੋਕ ਹੁਣ ਜਾਰੀ ਰਹੇਗੀ। ਇਸ ਹਫ਼ਤੇ ਸਰੀ ਤੋਂ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੀ ਬਾਡੀ ਨੂੰ ਜਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਨਾਲ ਸੰਬੰਧਿਤ ਸਰੀ RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਵੱਲੋਂ ਕਤਲ ਕਰਕੇ ਬਾਡੀ ਨੂੰ ਜਲਾ ਦਿੱਤਾ ਗਿਆ। ਸਰੀ RCMP ਨੂੰ ਇਹ ਲਾਸ਼ ਰਸਤੇ ਦੇ ਕੰਢੇ ਦੇ ਉੱਪਰ ਮਿਲੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰੀ RCMP ਨੂੰ ਤੜਕੇ 4:30 ਵਜੇ ਦੇ ਕਰੀਬ 168th ਸਟਰੀਟ ਦੇ ਨੇੜੇ 48th ਐਵੀਨਿਊ ਬੁਲਾਇਆ ਗਿਆ ਸੀ। ਇਸ ਸਾਰੀ ਜਾਣਕਾਰੀ ਉਹਨਾਂ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਨਿਊਟਨ ਦੇ ਘਰ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਤੜਕੇ 5 ਵਜੇ ਦੇ ਕਰੀਬ ਹੋਈ ਹੈ। ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਹੈਲੀਕਾਪਟਰ ਦੇ ਰਾਹੀਂ ਲਈਆਂ ਗਈਆਂ। ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਵਿਕਟਮ ਦੀ ਮੌਤ ਉਸੇ ਥਾਂ ਦੇ ਉੱਪਰ ਹੋਈ ਜਿੱਥੇ ਉਸ ਦੀ ਲਾਸ਼ ਬਰਾਮਦ ਹੋਈ ਹੈ ਜਾਂ ਫਿਰ ਉਸ ਨੂੰ ਬਾਅਦ ਦੇ ਵਿੱਚ ਇੱਥੇ ਲੈ ਕੇ ਆਇਆ ਗਿਆ। ਫਿਲਹਾਲ ਉਹਨਾਂ ਵੱਲੋਂ ਇਸ ਬਾਰੇ ਅਪਡੇਟ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਰਸਤੇ ਤੇ ਆਉਣ ਜਾਣ ਤੋਂ ਪਰਹੇਜ਼ ਕੀਤਾ ਜਾਵੇ। 18775514448 ਦੇ ਉੱਪਰ ਕਾਲ ਕਰਕੇ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਜੇਕਰ ਇਸ ਮਾਮਲੇ ਦੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਹੈ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਪਰ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਹਫ਼ਤੇ 6 ਗੈਂਗਸਟਰਾਂ ਦੇ ਨਾਮ ਜਨਤਕ ਕੀਤੇ ਗਏ ਅਤੇ ਵੈਨਕੂਵਰ ਵਾਸੀਆਂ ਨੂੰ ਕਿਹਾ ਗਿਆ ਕਿ ਇਹਨਾਂ ਤੋਂ ਬਚ ਕੇ ਰਹੋ। ਦਰਅਸਲ ਜੋ 6 ਨਾਮ ਜਾਰੀ ਕੀਤੇ ਗਏ ਉਹਨਾਂ ਵਿੱਚ ਵੱਡੀ ਗਿਣਤੀ ਪੰਜਾਬੀ ਸ਼ਾਮਲ ਹਨ। ਇਸ ਖਬਰ ਦੇ ਵਿੱਚ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ 6 ਖਤਰਨਾਕ ਗੈਂਗਸਟਰਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ 6 ਖਤਰਨਾਕ ਗੈਂਗਸਟਰਸ ਦੇ ਨਾਮ ਅਤੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਉਹ 6 ਜਾਣੇ ਹਨ ਜਿਹੜੇ ਕਿ ਵੈਨਕੂਵਰ ਦੀ ਪਬਲਿਕ ਸੇਫਟੀ ਦੇ ਵਾਸਤੇ ਖਤਰਾ ਹਨ। ਵੈਨਕੂਵਰ ਪੁਲਿਸ ਮੁਤਾਬਕ ਜਿਹੜੇ ਨਾਮ ਜਾਰੀ ਕੀਤੇ ਗਏ ਉਹ ਕੁਝ ਇਸ ਤਰ੍ਹਾਂ ਨੇ। ਗੁਰਿੰਦਰ ਦਿਓ, ਜਿਸ ਦੀ ਉਮਰ 35 ਸਾਲ ਦੱਸੀ ਗਈ। ਹਰਜੀਤ ਦਿਓ, ਜਿਸ ਦੀ ਉਮਰ 38 ਸਾਲ ਦੱਸੀ ਗਈ। ਬਰਿੰਦਰ ਧਾਲੀਵਾਲ, ਜਿਸ ਦੀ ਉਮਰ 38 ਸਾਲ ਦੱਸੀ ਗਈ। ਮਨਿੰਦਰ ਧਾਲੀਵਾਲ, ਜਿਸ ਦੀ ਉਮਰ 28 ਸਾਲ ਦੱਸੀ ਗਈ। ਏਕਨਨ ਅਨਿਗਬੋ, ਜਿਸ ਦੀ ਉਮਰ 22 ਸਾਲ ਦੱਸੀ ਗਈ।
ਡੈਮੀਅਨ ਰਿਆਨ, ਜਿਸ ਦੀ ਉਮਰ 41 ਸਾਲ ਦੱਸੀ ਗਈ ਹੈ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ 6 ਜਾਣਿਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਕਿਉਂਕਿ ਇਹ ਖੁਦ ਦੇ ਵਾਸਤੇ ਅਤੇ ਲੋਕਾਂ ਦੇ ਲਈ ਖਤਰਾ ਹਨ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਵੈਨਕੂਵਰ ਵਾਸੀ ਇਹਨਾਂ 6 ਜਾਣਿਆਂ ਦੇ ਚਿਹਰੇ ਚੰਗੀ ਤਰ੍ਹਾਂ ਯਾਦ ਕਰ ਲੈਣ ਅਤੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣ। ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਪਿਛਲੇ ਦਿਨਾਂ ਤੋਂ ਗੈਂਗ ਵਾਰ ਚੱਲ ਰਹੀ ਹੈ, ਜਿਸ ਦੇ ਚੱਲਦਿਆਂ ਗੈਂਗਸਟਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਨਿਸ਼ਾਨੇ ਲਗਾਏ ਜਾ ਰਹੇ ਨੇ। ਜਾਣਕਾਰੀ ਦੇ ਮੁਤਾਬਕ ਮੈਟਰੋ ਵੈਨਕੂਵਰ ਦੇ ਵਿੱਚ 2021 ਦੇ ਦੌਰਾਨ 20 ਗੈਂਗ ਰਿਲੇਟਡ ਮਾਮਲੇ ਸਾਹਮਣੇ ਆਏ ਨੇ ਅਤੇ 20 ਅਟੈਂਪਟਡ ਮਰਡਰ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। ਪੁਲਿਸ ਵਿਭਾਗ ਨੂੰ ਇਸ ਦੇ ਉੱਪਰ ਸ਼ੰਕਾ ਹੈ ਕਿ ਇਹ ਗੈਂਗ ਵਾਰ ਅੱਗੇ ਵੀ ਜਾਰੀ ਰਹਿ ਸਕਦੀ ਹੈ, ਜਿਸ ਨੂੰ ਦੇਖਦਿਆਂ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ, ਜਾਣੀ ਕਿ 6 ਜਾਣਿਆਂ ਦੇ ਚਿਹਰੇ ਜਨਤਕ ਕੀਤੇ ਗਏ ਨੇ। ਵੈਨਕੂਵਰ ਪੁਲਿਸ ਵੱਲੋਂ ਇੱਕ ਹੋਰ ਇਨੀਸ਼ੀਏਟਿਵ ਲਿਆ ਗਿਆ, ਜਿੱਥੇ ਉਹਨਾਂ ਨੇ ਇੱਕ ਨਵੀਂ ਟਾਸਕ ਫੋਰਸ ਸਥਾਪਿਤ ਕੀਤੀ ਹੈ, ਜੋ ਕਿ ਗੈਂਗ ਵਾਰ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਨਾਲ ਡੀਲ ਕਰੇਗੀ। ਇਸ ਦਾ ਨਾਮ ਟਾਸਕ ਫੋਰਸ ਥ੍ਰੈਸ਼ਹੋਲਡ ਰੱਖਿਆ ਗਿਆ, ਜੋ ਕਿ ਮਈ 12 ਨੂੰ ਲਾਂਚ ਕਰ ਦਿੱਤੀ ਗਈ ਹੈ। The purpose of the conference this morning is to talk about the Lower Mainland gang conflict. However, before doing that, and I delve into the announcement on gang violence, I'd like to address the incident that happened on Friday, May 14th, downtown in the area of Stanley Park, English Bay, with retired Justice Mr. Selwyn Romilly. On Friday morning, police received several 911 calls about a man assaulting people near the seawall at English Bay. It was reported that the suspect would appear to be walking normally, but then would suddenly start kicking, punching, and spitting at people. When our officers arrived, they began looking for the suspect. Our officers observed a man who responding officers believed matched the description of the suspect that was provided by the public. This man was retired Justice Mr. Selwyn Romilly. They detained him briefly, placed him in handcuffs, and he was released once they determined that he was not the man acting violently. Officers did locate the actual suspect shortly thereafter in the same area. They took him into custody and he was taken to jail. This was a dynamic, urgent call for responding officers as they were working to ensure that nobody was physically injured further. I want to publicly apologize to Mr. Romilly for his detention. I know this would have been an unsettling and even traumatic experience for anybody to go through. I reached out to Mr. Romilly myself on Saturday to also offer my apologies directly to him. On Friday morning, the responding officers offered Mr. Romilly an apology right away. A VPD supervisor also contacted Mr. Romilly that same day to offer an explanation and apologize. Police officers are human beings. We make mistakes. We don't always get it right. I have spoken with the officer involved, and that officer also apologized for the circumstances on that day. And things unfold quickly in the heat of the moment, and that is what happened here. Now I'm going to move into the press conference on the Lower Mainland gang conflict, but I will take questions on both that incident and the gang conflict afterwards. Gang violence in Metro Vancouver continues to escalate, and police do not expect this trend to stop anytime soon. There have been 20 gang-related homicides in Metro Vancouver in 2021 and 20 attempted murders during the same period of time. ਇਸ ਹਫ਼ਤੇ ਜਾਣਕਾਰੀ ਸਾਹਮਣੇ ਆਈ ਕਿ ਕੈਨੇਡਾ ਦੇ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਕੋਵਿਡ-19 ਦੇ ਦੌਰਾਨ ਨੌਕਰੀ ਛੱਡ ਦਿੱਤੀ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਲੋਕ ਨੌਕਰੀ ਛੱਡ ਸਕਦੇ ਨੇ। ਪੈਂਡੈਮਿਕ ਦੇ ਦੌਰਾਨ ਬਹੁਤ ਸਾਰੇ ਕੈਨੇਡੀਅਨਸ ਅਜਿਹੇ ਜਿਨ੍ਹਾਂ ਨੂੰ ਪਰਿਵਾਰਾਂ ਦੀ ਮਹੱਤਤਾ ਸਮਝ ਆਈ, ਜਿਸ ਦੇ ਚੱਲਦਿਆਂ ਉਹਨਾਂ ਨੇ ਨੌਕਰੀ ਨੂੰ ਨਾ ਕਹਿ ਦਿੱਤੀ। ਲੇਬਰ ਮਾਰਕੀਟ ਐਕਸਪਰਟਸ ਦੇ ਵੱਲੋਂ ਨੌਕਰੀਆਂ ਦੇ ਬਾਰੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜੀ ਹਾਂ, ਇਹਨਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਲੋਕ ਹੁਣ ਨੌਕਰੀਆਂ ਛੱਡਣ ਲੱਗੇ ਨੇ। ਜਾਣਕਾਰੀ ਦੇ ਮੁਤਾਬਕ ਪੈਂਡੈਮਿਕ ਦੇ ਦੌਰਾਨ 1,30,000 ਲੋਕ ਅਜਿਹੇ ਸਨ ਜਿਨ੍ਹਾਂ ਵੱਲੋਂ ਆਪਣੀ ਨੌਕਰੀ ਛੱਡੀ ਗਈ। ਇਹ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ। ਇਹ ਉਹਨਾਂ ਲੋਕਾਂ ਦਾ ਅੰਕੜਾ ਹੈ ਜਿਨ੍ਹਾਂ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਆਲਟਰਨੇਟਿਵਸ ਸੀਨੀਅਰ ਇਕੋਨੋਮਿਸਟ ਡੇਵਿਡ ਦਾ ਕਹਿਣਾ ਹੈ ਕਿ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਮਾਰਚ 2020 ਅਤੇ ਸਤੰਬਰ 2020 ਦੇ ਦੌਰਾਨ ਨੌਕਰੀ ਛੱਡੀ ਗਈ ਹੈ। 2021 ਦੇ ਦੌਰਾਨ ਇਹ ਦੇਖਿਆ ਗਿਆ ਕਿ ਜ਼ਿਆਦਾਤਰ ਗਿਣਤੀ ਔਰਤਾਂ ਦੀ ਹੈ ਜਿਨ੍ਹਾਂ ਵੱਲੋਂ ਆਪਣੀਆਂ ਨੌਕਰੀਆਂ ਪੈਂਡੈਮਿਕ ਦੇ ਦੌਰਾਨ ਛੱਡੀਆਂ ਗਈਆਂ।
ਵਿਲੀਅਮਸ ਦਾ ਕਹਿਣਾ ਹੈ ਕਿ ਪੈਂਡੈਮਿਕ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ ਹੈ। ਪੈਂਡੈਮਿਕ ਦੌਰਾਨ ਲੋਕਾਂ ਨੂੰ ਆਪਣੇ ਪਰਿਵਾਰਾਂ ਦੀ ਅਹਿਮੀਅਤ ਦਾ ਪਤਾ ਚੱਲਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਲੋਕ ਨੇ ਉਹਨਾਂ ਵੱਲੋਂ ਜ਼ਿਆਦਾਤਰ ਸਮਾਂ ਆਪਣੇ ਪਰਿਵਾਰਾਂ ਦੇ ਨਾਲ ਬਿਤਾਉਣ ਦੇ ਲਈ ਤਵੱਜੋ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਐਕਸਪਰਟਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਕੜਾ ਵੱਧ ਸਕਦਾ ਹੈ, ਜਾਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਲੋਕ ਨੌਕਰੀ ਛੱਡ ਸਕਦੇ ਨੇ। ਇਸ ਸਭ ਤੋਂ ਬਾਅਦ ਹੁਣ ਇਸ ਚੀਜ਼ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਲੋਕ ਕਿਸ ਤਰ੍ਹਾਂ ਕੰਮ ਕਰਨਗੇ। ਇਸ ਦੇ ਸੰਬੰਧੀ ਕਈ ਤਰ੍ਹਾਂ ਦੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇਸ ਹਫ਼ਤੇ ਜਾਣਕਾਰੀ ਸਾਹਮਣੇ ਆਈ, ਜਿਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਹੋਰ ਵੀ ਕਈਆਂ ਨੂੰ ਪੱਕੇ ਹੋਣ ਦਾ ਮੌਕਾ ਦਿੱਤਾ ਜਾ ਸਕਦਾ ਹੈ। ਇਹ ਇਸ਼ਾਰਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਇਸ ਦੇ ਨਾਲ ਸੰਬੰਧਿਤ ਕੋਈ ਐਲਾਨ ਕੀਤਾ ਜਾਵੇ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੋ ਪ੍ਰੋਗਰਾਮ ਲਿਆਂਦੇ ਗਏ, ਉਸ ਦੀ ਕੈਪੈਸਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਦਾ ਸੰਕੇਤ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ ਹੈ। ਇੱਕ ਹਫ਼ਤਾ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 90,000 ਦੇ ਕਰੀਬ ਅਸੈਂਸ਼ੀਅਲ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ, ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਦੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਉਹਨਾਂ ਅਰਜ਼ੀਆਂ ਦੀ ਪੜਤਾਲ ਕੀਤੀ ਜਾਵੇਗੀ ਜੋ ਕਿ ਵੱਖ-ਵੱਖ ਪ੍ਰੋਗਰਾਮ ਦੇ ਤਹਿਤ ਮਿਲੀਆਂ ਹਨ। ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਇਸ ਦੇ ਵਿੱਚ ਵਾਧਾ ਕੀਤਾ ਜਾਣਾ ਹੈ ਜਾਂ ਫਿਰ ਨਹੀਂ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਨਵੇਂ ਪ੍ਰੋਗਰਾਮ ਲਿਆਂਦੇ ਗਏ, ਉਸ ਦੇ ਵਾਸਤੇ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟ੍ਰੀਮ ਮਹਿਜ਼ 24 ਘੰਟਿਆਂ ਦੇ ਵਿੱਚ ਪੂਰੀ ਹੋ ਗਈ। ਜੋ 40,000 ਦਾ ਅਰਜ਼ੀਆਂ ਦੇ ਵਾਸਤੇ ਕੋਟਾ ਤੈਅ ਕੀਤਾ ਗਿਆ ਸੀ, ਉਹ ਕੁਝ ਹੀ ਘੰਟਿਆਂ ਦੇ ਵਿੱਚ ਪੂਰਾ ਹੋ ਗਿਆ। ਹੁਣ ਤੱਕ ਅਸੈਂਸ਼ੀਅਲ ਵਰਕਰਸ ਅਤੇ ਹੈਲਥ ਕੇਅਰ ਵਰਕਰਸ ਦੇ ਤਹਿਤ 10,000 ਅਰਜ਼ੀਆਂ ਆ ਚੁੱਕੀਆਂ ਨੇ, ਜਦਕਿ ਇਸ ਦੇ ਵਾਸਤੇ 50,000 ਐਪਲੀਕੇਸ਼ਨਸ ਦਾ ਕੋਟਾ ਤੈਅ ਕੀਤਾ ਗਿਆ ਹੈ। ਫ੍ਰੈਂਚ ਬੋਲਣ ਵਾਲਿਆਂ ਦੇ ਲਈ ਜਿਹੜੇ ਨਵੇਂ ਪ੍ਰੋਗਰਾਮ ਲਿਆਂਦੇ ਗਏ ਨੇ, ਉਸ ਦੇ ਤਹਿਤ ਅਜੇ ਬਹੁਤ ਘੱਟ ਅਰਜ਼ੀਆਂ ਮਿਲੀਆਂ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਇਸ ਵਾਸਤੇ ਕੋਈ ਕੋਟਾ ਨਹੀਂ ਤੈਅ ਕੀਤਾ ਗਿਆ ਅਤੇ ਇਹ ਪ੍ਰੋਗਰਾਮ ਨਵੰਬਰ 2021 ਤੱਕ ਖੁੱਲ੍ਹੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਜੋ ਨਵੇਂ ਪ੍ਰੋਗਰਾਮ ਲਿਆਂਦੇ ਗਏ, ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਵਿਭਾਗ ਆਪਣਾ ਟੀਚਾ ਪੂਰਾ ਕਰਨ ਦੇ ਵਾਸਤੇ ਕਿੰਨਾ ਗੰਭੀਰ ਹੈ, ਕਿਉਂਕਿ ਕੈਨੇਡਾ ਵੱਲੋਂ ਇਹ ਟੀਚਾ ਤੈਅ ਕੀਤਾ ਗਿਆ ਕਿ ਇੱਕ ਸਾਲ ਦੇ ਵਿੱਚ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਜੋ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅੰਕੜਾ ਜਾਰੀ ਕੀਤਾ ਗਿਆ, ਉਸ ਦੇ ਮੁਤਾਬਕ 70,000 ਨਵੇਂ ਇਮੀਗ੍ਰੈਂਟਸ ਐਡਮਿਟ ਕੀਤੇ ਜਾ ਚੁੱਕੇ ਹਨ, ਜੋ ਕਿ ਸਾਲ ਦੇ ਪਹਿਲੇ ਕੁਆਰਟਰ ਦੌਰਾਨ ਹੋਏ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਪੁਲਿਸ ਨੇ ਕੀਤੇ ਗੈਂਗਸਟਰਾਂ ਦੇ ਨਾਮ ਜਨਤਕ, ਵੈਨਕੂਵਰ ਵਾਸੀਆਂ ਨੂੰ ਕਿਹਾ ਦੂਰੀ ਬਣਾਉਣ ਨੂੰ। ਕੈਨੇਡਾ ਨੇ ਫਿਰ ਲਗਾਈ ਉਡਾਨਾਂ ਦੇ ਉੱਪਰ ਰੋਕ, ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਦੇ ਉੱਪਰ ਅਗਲੇ ਇੱਕ ਹੋਰ ਮਹੀਨੇ ਦੇ ਲਈ ਰੋਕ। ਟਰੂਡੋ ਨੇ ਹਿੰਸਾ ਦੇ ਖਿਲਾਫ ਕੀਤਾ ਨਾਰਾਜ਼ਗੀ ਦਾ ਪ੍ਰਗਟਾਵਾ, ਕਿਹਾ ਕੈਨੇਡਾ ਦੇ ਵਿੱਚ ਹਿੰਸਾ ਦੇ ਲਈ ਨਹੀਂ ਹੈ ਜਗ੍ਹਾ। ਕੈਨੇਡਾ ਨੇ ਅਮਰੀਕਾ ਦੇ ਨਾਲ ਬਾਰਡਰ ਖੋਲ੍ਹਣ ਦੀ ਕੀਤੀ ਤਿਆਰੀ, ਵੈਕਸੀਨ ਪਾਸਪੋਰਟ ਦੇ ਨਾਲ ਲੋਕ ਕਰ ਸਕਣਗੇ ਬਾਰਡਰ ਰਾਹੀਂ ਯਾਤਰਾ। ਸਰਵੇ ਦੇ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਅੱਗੇ, ਅੱਜ ਕਰਾਈਆਂ ਚੋਣਾਂ ਤਾਂ ਮਿਲ ਸਕਦੀ ਹੈ ਬਹੁਮਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।